TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਇੱਕ ਵਕੀਲ ਨੇ 20 ਰੁਪਏ ਪਿੱਛੇ 22 ਸਾਲ ਲੜੀ ਲੜਾਈ, ਡਰੱਗ ਸਮਗਲਿੰਗ ਦੇ ਵੱਡੇ ਨੈਟਵਰਕ ਦਾ ਖੁਲਾਸਾ, ਸੁਖਬੀਰ ਦੀ ਪ੍ਰਧਾਨਗੀ ਖਤਰੇ 'ਚ, ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਵੀ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ ਅਤੇ ਕੁਝ ਹੋਰ ਜਾਣਕਾਰੀਆਂ ਅੱਜ ਦੇ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ, ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਦਿਲਚਸਪ ਖਬਰ ਦੇ ਨਾਲ ਕਰਦੇ ਹਾਂ। ਅਸਲ ਦੇ ਵਿੱਚ ਅਸੀਂ ਬਹੁਤ ਵਾਰੀ ਗੱਲਾਂ ਇਗਨੋਰ ਕਰ ਦਿੰਦੇ ਹਾਂ। ਤੁਸੀਂ ਵੇਖਿਓ ਯਾਰ 10 ਮਿੰਟ ਰਹਿ ਗਏ, ਹੁਣ ਕੀ ਕਰਾਂਗੇ, ਹੁਣ ਤਾਂ ਯਾਰ 1 ਘੰਟਾ ਰਹਿੰਦਾ, ਛੱਡ ਪਰੇ। ਪਰ ਕਦੇ ਉਹਨਾਂ ਬੰਦਿਆਂ ਨੂੰ ਪੁੱਛ ਕੇ ਦੇਖਿਓ ਜਿਨ੍ਹਾਂ ਦੀ ਟ੍ਰੇਨ ਸਿਰਫ 1 ਮਿੰਟ ਦੇ ਕਾਰਨ ਲੰਘ ਗਈ ਹੋਵੇ, ਜਾਂ ਕਿਸ ਦਾ 골ਡ ਮੈਡਲ, ਸਿਲਵਰ ਜਾਂ ਹੋਰ ਕੋਈ ਮੈਡਲ ਸਿਰਫ ਕੁਝ ਸੈਕਿੰਡ ਜਾਂ ਸੈਕਿੰਡਾਂ ਦੇ ਉੱਪਰਲੇ ਪੁਆਇੰਟਾਂ ਦੇ ਕਾਰਨ ਰਹਿ ਗਿਆ ਹੋਵੇ, ਕਿ ਸਮੇਂ ਦੀ ਕੀਮਤ ਕਿੰਨੀ ਹੁੰਦੀ ਹੈ। ਤੇ ਆ 20 ਰੁਪਏ ਆਮ ਹੀ ਹੁੰਦਾ, ਚੱਲ ਜੇ 20 ਰੁਪਏ ਕਿਸੇ ਨੇ ਕੱਟ ਲਏ ਤਾਂ ਕੀ ਹੋ ਗਿਆ। ਪਰ ਯੂਪੀ ਦੇ ਵਿੱਚੋਂ ਖਬਰ ਮਿਲੀ ਹੈ, ਮਥੁਰਾ ਜ਼ਿਲ੍ਹੇ ਦੇ ਵਿੱਚ ਇੱਕ ਵਕੀਲ ਹੈ, ਵਕੀਲ 20 ਰੁਪਏ ਪਿੱਛੇ 22 ਸਾਲ ਲੜਾਈ ਲੜਦਾ ਰਿਹਾ। ਅਸਲ ਦੇ ਵਿੱਚ ਰੇਲਵੇ ਦੇ ਵਿੱਚ 22 ਸਾਲ ਪਹਿਲਾਂ ਉਹਨੇ ਇੱਕ ਟਿਕਟ ਖਰੀਦੀ ਸੀ, ਜਿਸ ਤੋਂ ਕਾਰਨ ਉਹਨੇ ਲੜਾਈ ਵਿੜ ਦਿੱਤੀ ਤੇ ਆਖਰਕਾਰ ਜਿੱਤ ਜ਼ਰੂਰ ਨਸੀਬ ਹੋਈ ਹੈ। ਤੇ ਹੁਣ ਰੇਲਵੇ ਵਿਭਾਗ ਨੂੰ 1 ਮਹੀਨੇ ਦੇ ਅੰਦਰ ਅੰਦਰ 20 ਰੁਪਏ ਅਤੇ 12% ਸਾਲਾਨਾ ਵਿਆਜ ਪੂਰੀ ਰਕਮ ਅਦਾ ਕਰਨ ਵਾਸਤੇ ਆਖ ਦਿੱਤਾ ਹੈ। ਤੇ ਇਹਦੇ ਨਾਲ ਹੀ ਜਿਹੜੀ ਆਰਥਿਕ ਮਾਨਸਿਕ ਪੀੜਾ, ਮੁਕੱਦਮੇ ਦੇ ਉੱਤੇ ਜਿਹੜਾ ਖਰਚਾ ਹੋਇਆ, ਉਹਦੇ ਵਾਸਤੇ ਵੱਖਰੇ ਪੈਸੇ ਦੇਣ ਦੇ ਵੀ ਨਿਰਦੇਸ਼ ਦਿੱਤੇ ਗਏ। ਜ਼ਿਲ੍ਹਾ ਖਪਤਕਾਰ ਫੋਰਮ ਨੇ 5 ਅਗਸਤ ਨੂੰ ਇਸ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਅਤੇ ਫੈਸਲਾ ਵਕੀਲ ਦੇ ਆਖਰਕਾਰ ਹੱਕ 'ਚ ਆ ਗਿਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਮਸਲਾ ਕੀ ਸੀ, ਮਾਮਲਾ ਕੀ ਸੀ। ਮੈਂ ਉਹਦੇ ਉੱਤੇ ਵੀ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਅਸਲ 'ਚ ਕਹਾਣੀ ਇਹ ਹੈ ਕਿ ਮਥੁਰਾ ਦੇ ਹੋਲੀਗੇਟ ਇਲਾਕੇ ਦੇ ਰਹਿਣ ਵਾਲੇ ਵਕੀਲ ਤੁੰਗਨਾਥ ਚਤੁਰਵੇਦੀ, ਜੀ ਹਾਂ, ਤੁੰਗਨਾਥ ਚਤੁਰਵੇਦੀ ਨੇ 25 ਦਸੰਬਰ ਤੇ 1999 ਨੂੰ ਆਪਣੇ ਇੱਕ ਹੋਰ ਸਾਥੀ ਦੇ ਨਾਲ ਮੁਰਾਦਾਬਾਦ ਜਾਣਾ ਸੀ। ਟਿਕਟ ਲੈਣ ਦੇ ਲਈ ਮਥੁਰਾ ਛਾਉਣੀ ਦੀ ਟਿਕਟ ਖਿੜਕੀ ਤੇ ਗਿਆ। ਉਸ ਸਮੇਂ ਟਿਕਟ 35 ਰੁਪਏ ਦੀ ਸੀ। ਉਹਨਾਂ ਨੇ ਖਿੜਕੀ ਤੇ ਮੌਜੂਦ ਵਿਅਕਤੀ ਨੂੰ 100 ਰੁਪਇਆ ਦਿੱਤਾ, ਜਿਸ ਨੇ 2 ਟਿਕਟਾਂ 70 ਰੁਪਏ ਦੀ ਬਜਾਏ 90 ਰੁਪਏ ਕੱਟੇ ਅਤੇ ਬਾਕੀ ਦੇ ਪੈਸੇ ਕਹਿਣ ਤੇ ਵੀ ਵਾਪਸ ਨਾ ਕੀਤੇ। ਚਤੁਰਵੇਦੀ ਨੇ ਦੱਸਿਆ ਕਿ ਉਹਨਾਂ ਨੇ ਯਾਤਰਾ ਪੂਰੀ ਕਰਨ ਤੋਂ ਬਾਅਦ ਮਥੁਰਾ ਛਾਉਣੀ ਆ ਕੇ ਧਿਰ ਬਣਾਉਂਦੇ ਹੋਏ ਜ਼ਿਲ੍ਹਾ ਖਪਤਕਾਰ ਫੋਰਮ ਨਾਰਥ ਈਸਟ ਰੇਲਵੇ, ਜੋ ਕਿ ਗੋਰਖਪੁਰ ਹੈ, ਅਤੇ ਬੁਕਿੰਗ ਕਲਰਕ ਦੇ ਵਿਰੁੱਧ ਇਹ ਸ਼ਿਕਾਇਤ ਦਰਜ ਕਰ ਦਿੱਤੀ। 22 ਸਾਲ ਕੇਸ ਲੜਦੇ ਰਹੇ ਤੇ ਆਖਰਕਾਰ ਇਸ ਮਸਲੇ ਦਾ ਨਿਪਟਾਰਾ ਹੋਇਆ। ਖਪਤਕਾਰ ਫੋਰਮ ਦੇ ਪ੍ਰਧਾਨ ਨਵਨੀਤ ਕੁਮਾਰ ਨੇ ਰੇਲਵੇ ਨੂੰ ਹੁਕਮ ਦੇ ਦਿੱਤਾ ਹੈ ਕਿ ਵਕੀਲ ਤੋਂ ਵਸੂਲੇ ਗਏ 20 ਰੁਪਏ ਅਤੇ ਨਾਲ 12% ਸਾਲਾਨਾ ਵਿਆਜ ਦੇ ਹਿਸਾਬ ਨਾਲ ਉਹਨੂੰ ਅਦਾ ਕੀਤੇ ਜਾਣ, ਤੇ ਨਾਲ ਜਿਹੜੀ ਮੈਂ ਪਹਿਲਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮਾਨਸਿਕ ਆਰਥਿਕ ਮੁਕੱਦਮੇਬਾਜ਼ੀ ਜਿਹੜੇ ਇਹਦੇ ਤੇ ਖਰਚ ਹੋਏ ਨੇ, ਉਹ ਵੀ ਜ਼ੁਰਮਾਨੇ ਵਜੋਂ ਅਦਾ ਕੀਤੇ ਜਾਣ। ਤੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਰੇਲਵੇ ਦੇ ਵੱਲੋਂ ਫੈਸਲਾ ਸੁਣਾਏ ਜਾਣ ਦੇ 30 ਦਿਨ ਦੇ ਅੰਦਰ ਅੰਦਰ, ਭਾਵ 1 ਮਹੀਨੇ ਦੇ ਅੰਦਰ ਅੰਦਰ ਇਹ ਰਕਮ ਨਾ ਅਦਾ ਕੀਤੀ ਜਾਈ ਤਾਂ 12 ਦੀ ਬਜਾਏ 20% ਸਾਲਾਨਾ ਵਿਆਜ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਪੈਸਾ ਵਾਪਸ ਕਰਨਾ ਪਏਗਾ। ਵਕੀਲ ਤੁੰਗਨਾਥ ਚਤੁਰਵੇਦੀ ਨੇ ਆਖਿਆ ਕਿ ਰੇਲਵੇ ਦੀ ਬੁਕਿੰਗ ਕਲਰਕ ਨੇ ਉਸ ਵਕਤ 20 ਰੁਪਏ ਵੱਧ ਵਸੂਲੇ। ਉਸਨੇ ਹੱਥ ਨਾਲ ਬਣੀ ਟਿਕਟ ਦਿੱਤੀ ਸੀ, ਕਿਉਂਕਿ ਉਦੋਂ ਕੰਪਿਊਟਰ ਨਹੀਂ ਸੀ ਹੋਇਆ ਕਰਦੇ। ਪਰ ਹੁਣ ਇਹ ਮਸਲਾ ਕੀ ਹੈ, ਮੈਨੂੰ ਯਾਦ ਆ ਗਈ ਆਪਣੀ ਗੱਲ। ਮੈਂ ਇੱਕ ਵਾਰੀ ਇੰਡੀਆ ਆਇਆ ਹੋਇਆ ਸੀ, ਉਹ ਮੈਸੇਜ ਆਉਂਦੇ ਰਹਿੰਦੇ ਆ ਫੋਨ ਦੇ ਉੱਤੇ ਕਿ ਜੀ ਆਹ ਸਕੀਮ ਆ ਗਈ, ਆਹ ਸਕੀਮ ਆ ਗਈ, ਜੋ 5 ਰੁਪਏ ਕੱਟ ਲਏ। ਮੈਂ ਕਿਹਾ ਯਾਰ 5 ਰੁਪਏ ਕਿਉਂ ਕੱਟ ਲਏ? ਮੈਂ ਗੱਲ ਕੀਤੀ ਕਿਉਂਕਿ ਉਸ ਵਕਤ ਤਕਰੀਬਨ ਰਾਤ ਪੈਣ ਵਾਲੀ ਸੀ ਤੇ ਮੈਂ ਘਰ 'ਚ ਬੈਠਾ ਸੀ। ਮੈਂ ਉਹਨਾਂ ਨੂੰ ਫੋਨ ਕੀਤਾ, ਨਹੀਂ ਜੀ ਮੈਂ ਨਹੀਂ ਕੀਤਾ, ਹੁਣ ਇਹ ਵਾਪਸ ਨਹੀਂ ਹੋ ਸਕਦੇ ਜੀ, ਇਹ ਮੈਨੇਜਰ ਨਾਲ। ਮੈਂ ਕਿਹਾ ਜਦੋਂ ਮੈਨੇਜਰ ਦਾ ਹੋਇਆ, ਅੱਜ ਹੋਵੇ ਕੱਲ ਹੋਵੇ, ਮੇਰੇ ਨਾਲ ਗੱਲ ਜ਼ਰੂਰ ਕਰਵਾਇਓ। 2 ਦਿਨਾਂ ਬਾਅਦ ਮੈਨੇਜਰ ਦੀ ਕਾਲ ਆਈ,
ਕਹਿੰਦੇ ਜੀ 5 ਰੁਪਏ ਸੀ, ਬਹੁਤ ਵੱਡੀ ਗੱਲ ਬਣਾ ਲਈ ਤੁਸੀਂ। ਮੈਂ ਕਿਹਾ ਮੈਂ ਨਹੀਂ ਬਣਾਈ, ਮੈਨੂੰ ਇਹ ਦੱਸੋ ਤੁਹਾਡੇ ਉਪਭੋਗਤਾ ਕਿੰਨੇ ਹੈ? ਕਰੋੜ ਹੈ, 2 ਕਰੋੜ ਹੈ, 3 ਕਰੋੜ ਹੈ, 5 ਕਰੋੜ ਹੈ, 10 ਕਰੋੜ ਹੈ। ਮੰਨ ਲਓ ਜੇ ਤੁਹਾਡਾ 10 ਕਰੋੜ ਹੈ, 5 ਕੱਟ ਲੈ ਤੇ ਤੁਸੀਂ ਬੈਠਿਆਂ ਨੇ ਕੰਪਨੀ ਮਾਲਾ ਮਾਲ ਕਰ ਦਿੱਤੀ, ਤੇ ਸਾਡੇ ਵਰਗੇ ਸੋਚਦੇ ਆ ਚੱਲ 5 ਰੁਪਏ ਹੀ ਕੱਟੇਗਾ ਯਾਰ। ਗੱਲ ਮੈਂ ਕਿਹਾ ਸਹੇ ਦੀ ਨਹੀਂ, ਗੱਲ ਪੈਸੇ ਦੀ ਹੈ। ਪਰ ਹੁਣ ਇਧਰਲੇ ਪਾਸੇ ਵੀ 20 ਰੁਪਏ ਦੀ ਗੱਲ ਨਹੀਂ ਸੀ, ਗੱਲ ਇਹ ਹੈ ਕਿ ਵਾਧੂ ਪੈਸੇ ਕੱਟੇ ਕਿਉਂ, ਮੋੜੇ ਕਿਉਂ ਨਾ। ਸੋ 22 ਸਾਲ ਭਾਵੇਂ ਲੜਾਈ ਲੜਨੀ ਪਈ ਹੈ, ਪਰ ਯਾਦ ਕਰਾ ਦਿੱਤੀ ਨਾਨੀ। ਦਿਲਚਸਪ ਖਬਰ ਵੀ ਹੈ ਤੇ ਹੱਕਾਂ ਵਾਸਤੇ ਲੜਨ ਦਾ ਇੱਕ ਸੁਨੇਹਾ ਵੀ ਹੈ। ਤੇ ਅਗਲੀ ਖਬਰ, ਡਰੱਗ ਸਮਗਲਿੰਗ ਦਾ ਜਿਹੜਾ ਨੈਟਵਰਕ ਹੈ ਛੋਟਾ ਨਹੀਂ, ਇਹ ਨਾ ਇਕੱਲੇ ਪੰਜਾਬ 'ਚ ਹੈ ਤੇ ਨਾ ਇਕੱਲੇ ਭਾਰਤ 'ਚ ਹੈ, ਵੈਸੇ ਹੈ ਇਹ ਦੁਨੀਆ ਭਰ 'ਚ, ਪਰ ਖਤਰਨਾਕ ਕਿੰਨਾ ਕੁ ਨੈਟਵਰਕ ਹੈ ਤੁਸੀਂ ਅੰਦਾਜ਼ਾ ਲਾ ਲਓਗੇ ਜਦੋਂ ਮੈਂ ਤੁਹਾਡੇ ਨਾਲ ਖਬਰ ਇਹ ਜਾਣਕਾਰੀ ਦੇ ਰੂਪ ਵਿੱਚ ਸਾਂਝੀ ਕਰਨੀ ਹੈ। ਰੈਵਨਿਊ ਇੰਟੈਲੀਜੈਂਸ ਡਿਪਾਰਟਮੈਂਟ ਭਾਵ DRI ਨੇ ਦੱਸਿਆ ਕਿ ਭਾਰਤ ਦੇ ਕੁਝ ਮੁੱਖ ਸ਼ਹਿਰ ਨੇ ਜਿਹੜੇ, ਉਹਨਾਂ ਦੇ ਵਿੱਚੋਂ 4300 ਕਰੋੜ ਰੁਪਏ ਦੀ ਘੱਟੋ ਘੱਟ 920 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਉਹਨਾਂ ਨੇ। DRI ਦੇ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਇਹ ਬਰਾਮਦਗੀ ਲਗਭਗ ਭਾਰਤ ਦੇ ਹਰ ਹਿੱਸੇ 'ਚੋਂ ਹੋਈ ਹੈ। ਭਾਰਤ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਜੇਕਰ ਉਹਨਾਂ ਦੀ ਮੰਨੀਏ ਤਾਂ ਇੰਨੇ ਵੱਡੇ ਪੱਧਰ ਤੇ ਨਸ਼ੇ ਦੀ ਸਮਗਲਿੰਗ ਦਾ ਉਦੇਸ਼ ਭਾਰਤ ਦੇ ਵਿੱਚ ਅੱਤਵਾਦ ਫੈਲਾਉਣ ਲਈ ਪੈਸਾ ਇਕੱਠਾ ਕਰਨਾ ਵੀ ਹੈ। ਇਹਨਾਂ ਏਜੰਸੀਆਂ ਦਾ ਕਹਿਣਾ ਹੈ ਕਿ ਹੈਰੋਇਨ ਤਾਂ ਫੜੀ ਜਾ ਚੁੱਕੀ ਹੈ, ਪਰ ਜਿਹੜੀ ਆਪਣੇ ਟਿਕਾਣਿਆਂ ਤੇ ਪਹੁੰਚ ਗਈ, ਉਹ ਤੋਂ ਮਿਲਣ ਵਾਲੇ ਪੈਸਿਆਂ ਨਾਲ ਜਿਹੜੇ ਪੈਸੇ ਉੱਥੋਂ ਵਸੂਲੇ ਜਾਂਦੇ ਨੇ, ਉਹ ਅੱਤਵਾਦ ਵਾਸਤੇ ਫੰਡਿੰਗ ਕਰਨ ਦੀ ਕੋਸ਼ਿਸ਼ ਉਹਨਾਂ ਦੇ ਨਾਲ ਕੀਤੀ ਜਾਂਦੀ ਹੈ। ਹੁਣ ਇੱਕ ਥਾਂ ਤੋਂ ਨਹੀਂ ਇਹ ਜ਼ਬਤ ਕੀਤੀ ਗਈ। ਇਸ ਰਿਪੋਰਟ ਦੇ ਅਨੁਸਾਰ ਫਰਵਰੀ ਦੀ ਦੀਮਾਪੁਰ ਗੁਹਾਟੀ ਹਾਈਵੇ ਤੋਂ 700 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਉਹਦੇ ਤੋਂ ਬਾਅਦ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 8.5 ਕਿਲੋ ਜ਼ਬਤ ਕੀਤੀ ਗਈ। ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 900 ਗ੍ਰਾਮ ਜ਼ਬਤ ਕੀਤੀ ਗਈ। ਦਿੱਲੀ ਦੀ ਅੰਤਰਰਾਸ਼ਟਰੀ ਏਅਰਪੋਰਟ ਤੋਂ 2.25 ਕਿਲੋਗ੍ਰਾਮ, ਪਟਨਾ ਤੋਂ 1 ਕਿਲੋਗ੍ਰਾਮ, ਕੋਲਕਾਤਾ ਹਵਾਈ ਅੱਡੇ ਤੋਂ 16 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਇਹ ਸਾਰੀਆਂ ਬਰਾਮਦਗੀਆਂ ਸਿਰਫ ਇੱਕ ਮਹੀਨੇ 'ਚ, ਮਾਰਚ ਮਹੀਨੇ ਦੇ ਵਿੱਚ ਕੀਤੀਆਂ ਗਈਆਂ। ਅਪ੍ਰੈਲ ਮਹੀਨੇ ਦੇ ਵਿੱਚ ਕਾਂਡਲਾ ਬੰਦਰਗਾਹ ਤੋਂ 205 ਕਿਲੋਗ੍ਰਾਮ ਹੈਰੋਇਨ ਮਿਲੀ ਸੀ ਅਤੇ ਫਿਰ ਗੁਜਰਾਤ ਦੀ ਇੱਕ ਬੰਦਰਗਾਹ ਤੋਂ 396 ਕਿਲੋਗ੍ਰਾਮ ਬਰਾਮਦ ਕੀਤੀ ਗਈ ਸੀ। ਮਈ ਮਹੀਨੇ ਦੇ ਵਿੱਚ DRI ਦੇ ਅਧਿਕਾਰੀਆਂ ਨੇ ਹੈਦਰਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 8 ਕਿਲੋਗ੍ਰਾਮ ਹੈਰੋਇਨ, ਇਹਦੇ ਨਾਲ ਹੀ ਦਿੱਲੀ ਹਵਾਈ ਅੱਡੇ ਤੋਂ 62 ਕਿਲੋਗ੍ਰਾਮ, ਲਕਸ਼ਦੀਪ ਸਮੂਹ ਦੇ ਕੰਢੇ ਤੋਂ 218 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਤੁਸੀਂ ਦੇਖ ਲਓ ਕਿ ਇਹ ਗ੍ਰਾਮਾਂ 'ਚ ਕੀਮਤ ਕਿੰਨੀ ਹੈ। ਜੇ ਐਡੀ ਵੱਡੀ ਖੇਪ ਆ ਤਾਂ ਕਰੋੜਾਂ ਦੀ ਹੋਣੀ ਹੈ। ਅਧਿਕਾਰਤ ਅੰਕੜਿਆਂ ਦੇ ਅਨੁਸਾਰ ਅਪ੍ਰੈਲ 2021 ਅਤੇ ਅਪ੍ਰੈਲ 2022 ਤੱਕ DRI ਨੇ ਅੰਤਰਰਾਸ਼ਟਰੀ ਗੈਰ ਕਾਨੂੰਨੀ ਬਾਜ਼ਾਰ ਦੇ ਵਿੱਚ ਲਗਭਗ 26,000 ਕਰੋੜ ਰੁਪਏ ਮੁੱਲ ਦੀ 3800 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ। ਤੁਹਾਨੂੰ ਚੇਤਾ ਹੋਣਾ ਹੈ ਕਿ ਸਤੰਬਰ 2021 ਦੇ ਵਿੱਚ ਕੋਹਰਾਮ ਮਚ ਗਿਆ ਸੀ ਜਦੋਂ ਮੁਦਰਾ ਬੰਦਰਗਾਹ ਤੋਂ 3000 ਕਰੋੜ ਦੀ 293 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ। ਜੁਲਾਈ 2021 ਦੇ ਵਿੱਚ ਨਹਾਵ ਸ਼ਿਵਾ ਪੋਰਟ ਤੋਂ ਅਤੇ ਫਰਵਰੀ 2022 ਦੇ ਵਿੱਚ ਨਵੀਂ ਦਿੱਲੀ ਦੇ ਤੁਗਲਕਾਬਾਦ ਵਿੱਚੋਂ 34 ਕਿਲੋਗ੍ਰਾਮ ਹੈਰੋਇਨ ਤੋਂ ਇਲਾਵਾ ਹੋਰ ਛੋਟੀਆਂ-ਮੋਟੀਆਂ ਬਰਾਮਦਗੀਆਂ ਵੀ ਕੀਤੀਆਂ ਗਈਆਂ ਨੇ। ਭਾਰਤੀ ਕੋਸਟ ਗਾਰਡ ICG ਜੋ ਡਰੱਗ ਦੇ ਸਮਗਲਰਾਂ ਨੂੰ ਫੜਨ ਦੇ ਵਾਸਤੇ ਮੱਧ ਸਮੁੰਦਰੀ ਮੁਹਿੰਮਾਂ ਦੇ ਵਿੱਚ ਸ਼ਾਮਲ ਰਹਿੰਦਾ ਹੈ, ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ 3000 ਕਿਲੋਗ੍ਰਾਮ ਹੈਰੋਇਨ ਫੜੀ ਹੈ, ਉਹਦੇ ਤੋਂ ਵੱਧ ਹੀ ਫੜੀ ਹੈ। ਤੁਸੀਂ ਦੇਖੋ ਕਿ ਉਹ ਵੀ ਜੇ ਨਾ ਫੜਦੇ ਤਾਂ ਉਹ ਵੀ ਭਾਰਤ ਦੀਆਂ ਸਰਹੱਦਾਂ ਦੇ ਵਿੱਚ ਦਾਖਲ ਹੋਣੀ ਸੀ। ਉਹ ਸਿਰਫ ਦਾਖਲ ਹੀ ਨਹੀਂ ਸੀ ਹੋਣੀ, ਉਹ ਤੋਂ ਗੈਰ ਕਾਨੂੰਨੀ ਧੰਦਾ ਨਹੀਂ ਸੀ ਚੱਲਣਾ, ਉਹ ਸਾਡੇ ਤੁਹਾਡੇ ਪੁੱਤਰਾਂ ਤੇ ਧੀਆਂ ਦੀਆਂ ਨਸਾਂ 'ਚ ਵੀ ਜਾਣੀ ਸੀ, ਜਿਸ ਦੇ ਵਿੱਚ ਲਗਭਗ 6200 ਕਰੋੜ ਦੀ ਹੈਰੋਇਨ ਵੀ ਸ਼ਾਮਲ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਨਸ਼ੇ ਵਾਲੇ ਪਦਾਰਥਾਂ ਦਾ ਪ੍ਰਵੇਸ਼ ਹੋਣਾ, ਅੱਤਵਾਦ ਨਾਲ ਸੰਬੰਧਿਤ ਵੱਡੇ ਪੱਧਰ ਤੇ ਇਹਦੇ ਨਾਲ ਨਤੀਜੇ ਸਾਹਮਣੇ ਆਉਂਦੇ ਹੈ, ਮੁਲਕ ਪ੍ਰਭਾਵਿਤ ਕੀਤਾ ਜਾਂਦਾ ਹੈ। ਭਾਰਤ ਵਰਗੇ ਮੁਲਕ ਦੇ ਵਿੱਚ ਪਾਕਿਸਤਾਨੀ ISI ਅਤੇ ਹੋਰ ਏਜੰਸੀਆਂ ਵੀ ਅੱਤਵਾਦੀਆਂ ਨੂੰ ਫੰਡਿੰਗ ਲਈ ਪੈਸਾ ਦਿੰਦੀਆਂ ਨੇ ਤੇ ਉਹਨਾਂ ਨੂੰ ਪੈਸਾ ਚਾਹੀਦਾ ਹੁੰਦਾ ਹੈ, ਜੋ ਨਸ਼ੇ ਦੀ ਸਮਗਲਿੰਗ ਦੇ ਰਾਹੀਂ ਸੰਭਵ ਹੈ। ਕਈ ਅੱਤਵਾਦੀ ਮੋਡਿਊਲ ਭਾਰਤ ਵਿੱਚ ਨਸ਼ੇ ਜਿਹੜੇ ਵੇਚਣ ਵਾਲੇ ਲੋਕ ਨੇ, ਨਸ਼ੇ ਦੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਲੋਕ ਨੇ, ਆਪਣੀ ਸੁਵਿਧਾ ਦੇ ਕੇ ਉਹਨਾਂ ਨੂੰ ਆਪਣੇ ਕੰਮਾਂ ਵਾਸਤੇ ਫੰਡਿੰਗ ਵੀ ਕਰਦੇ ਆ। ਹੁਣ ਇੰਨੀ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਭਾਰਤ 'ਚ ਆਉਣਾ
ਇਹਦੇ ਵਾਸਤੇ ਇੱਕ ਹੋਰ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਇਸ ਖਬਰ ਦਾ ਕਿ ਭ੍ਰਿਸ਼ਟ ਅਧਿਕਾਰੀਆਂ ਦਾ ਹੋਣਾ ਬੜਾ ਲਾਜ਼ਮੀ ਹੁੰਦਾ ਹੈ। ਜੇ ਬੰਦੇ ਇਮਾਨਦਾਰ ਹੋਣ, ਭ੍ਰਿਸ਼ਟ ਨਾ ਹੋਣ, ਤਾਂ ਉਹ ਭਾਵੇਂ ਜ਼ਮੀਨੀ ਸਰਹੱਦ ਹੈ, ਭਾਵੇਂ ਹਵਾਈ ਪੱਟੀ ਹੈ ਤੇ ਭਾਵੇਂ ਸਮੁੰਦਰੀ ਪੱਟੀ ਹੈ, ਕਿਸੇ ਦਾ ਹੀਆ ਨਹੀਂ ਪੈ ਸਕਦਾ। ਹੁਣ ਉਹ ਆਪਣੇ ਅਕਾਵਾਂ ਨੂੰ ਖੁਸ਼ ਕਰਨ ਦੇ ਵਾਸਤੇ, ਆਪਣੇ ਪਰਿਵਾਰਾਂ ਨੂੰ ਲਗਜ਼ਰੀ ਲਾਈਫ ਦੇਣ ਦੇ ਵਾਸਤੇ ਇਹਨਾਂ ਲੋਕਾਂ ਦੇ ਝਾਂਸੇ ਵਿੱਚ ਆ ਜਾਂਦੇ ਹੈ ਤੇ ਪੈਸੇ ਕਮਾਉਣ ਦੇ ਚੱਕਰ ਵਿੱਚ ਆਪਣੇ ਨਾਲ, ਆਪਣੇ ਪਰਿਵਾਰ ਨਾਲ, ਆਪਣੇ ਮੁਲਕ ਦੇ ਨਾਲ ਕਿਤੇ ਨਾ ਕਿਤੇ ਉਹ ਠੱਗੀ ਕਰ ਰਹੇ ਹੁੰਦੇ ਨੇ, ਆਪਣੀ ਜ਼ਮੀਰ ਦਾ ਉਹ ਸੌਦਾ ਕਰ ਚੁੱਕੇ ਹੁੰਦੇ ਨੇ। ਪਰ ਇਹ ਖਬਰ ਮੈਂ ਸੰਖੇਪ ਸੁਣਾਈ ਹੈ, ਬਹੁਤ ਵਿਸ਼ਾਲ ਹੈ। ਤੁਸੀਂ ਆਪ ਹਿਸਾਬ ਲਾ ਲਓ ਕਿ ਹਜ਼ਾਰਾਂ ਕਰੋੜਾਂ ਰੁਪਏ ਦੀ ਜਿਹੜੀ ਡਰੱਗ ਆਉਂਦੀ ਹੈ, ਇਹ ਉਹ ਮੁੱਲ ਹੈ ਜਿਹੜਾ ਜਦੋਂ ਆ ਰਿਹਾ ਹੁੰਦਾ ਅੱਗੇ ਇਹਦੇ ਵਿੱਚ ਮਿਲਾਵਟ ਕੀਤੀ ਜਾਂਦੀ ਹੈ, ਫਿਰ ਛੋਟੀਆਂ ਛੋਟੀਆਂ ਪੁੜੀਆਂ ਦੇ ਰਾਹੀਂ ਤੁਹਾਡੇ ਘਰਾਂ ਤੱਕ ਪੁੱਜਦੀ ਕੀਤੀ ਜਾਂਦੀ ਹੈ, ਔਰ ਫਿਰ ਉਹਦੇ ਨਾਲ ਰੋਜ਼ ਖਬਰਾਂ ਮਿਲਦੀਆਂ ਨੇ ਕਿ ਫਲਾਣੇ ਪਿੰਡ, ਫਲਾਣੇ ਸ਼ਹਿਰ ਓਵਰਡੋਜ਼ ਨਾਲ ਡੈਥ ਹੋ ਗਈ। ਪਰ ਇਹ ਉਹ ਹੈ ਜਿਹੜੀ ਫੜੀ ਗਈ। ਖੁਦ ਏਜੰਸੀਆਂ ਦੱਸ ਰਹੀਆਂ ਨੇ ਕਿ ਬਹੁਤ ਸਾਰੀ ਉਹ ਵੀ ਹੈ ਜਿਹੜੀ ਫੜੀ ਨਹੀਂ ਗਈ। ਤੇ ਅਗਲੀ ਜਿਹੜੀ ਖਬਰ ਹੈ, ਸੁਖਬੀਰ ਦੀ ਪ੍ਰਧਾਨਗੀ ਬਈ ਖਤਰੇ 'ਚ ਹੈ। ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ, ਸ਼ਰਮਨਾਕ ਕਰਾਰੀ ਹਾਰ। ਉਹਦੇ ਤੋਂ ਬਾਅਦ ਜ਼ਿਮਨੀ ਚੋਣ ਹੁੰਦੀ ਹੈ ਸੰਗਰੂਰ ਦੀ। ਲੱਗਦਾ ਸੀ ਕਿ ਸ਼ਾਇਦ ਉੱਥੇ ਕੁਝ ਕਰ ਦਿਖਾਉਣਗੇ, ਉਹਦੇ ਵਿੱਚ ਵੀ ਨਮੋਸ਼ੀਜਨਕ ਹਾਰ। ਤੇ ਇਹ ਦੋਵੇਂ ਜਿਹੜੀਆਂ ਲਗਾਤਾਰ ਬੈਕ ਟੂ ਬੈਕ ਜਿਹੜੀਆਂ ਇਲੈਕਸ਼ਨ 'ਚ ਹੋਈਆਂ, ਸ਼ਰਮਨਾਕ ਤੇ ਕਰਾਰੀਆਂ ਹਾਰਾਂ ਮਿਲਣ ਤੋਂ ਬਾਅਦ ਲੱਗਦਾ ਸੀ ਕਿ ਨੈਤਿਕਤਾ ਦੇ ਆਧਾਰ ਤੇ ਸੁਖਬੀਰ ਬਾਦਲ ਆਪਣੇ ਅਹੁਦੇ ਤੋਂ ਲਾਂਭੇ ਹੋਣਗੇ, ਅਸਤੀਫਾ ਦੇ ਦੇਣਗੇ। ਪਰ ਇੰਜ ਨਾ ਕੀਤਾ ਗਿਆ। ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਫਿਰ ਤਬਦੀਲੀ ਦੀ ਮੰਗ ਲੱਗਦਾ ਸੀ ਕਿ ਮੱਠੀ ਪੈ ਜਾਊ, ਸ਼ਾਇਦ ਸੁਖਬੀਰ ਹੁਣੀ ਇਹ ਸੋਚਦੇ ਹੋਣਗੇ, ਪਰ ਨਹੀਂ। ਇਹ ਮੰਗ ਮੱਠੀ ਪੈਣ ਦੀ ਬਜਾਏ ਦਿਨੋਂ ਦਿਨ ਜ਼ੋਰ ਫੜਦੀ ਜਾ ਰਹੀ ਹੈ। ਸ਼ਾਨਾ ਮੱਤਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ। ਹੁਣ ਉਹਨਾਂ ਆਗੂਆਂ ਨੂੰ ਲੱਗਦਾ ਹੈ ਕਿ ਸਾਡੀ ਤਾਂ, ਭਾਵ ਅਕਾਲੀ ਦਲ ਦੀ ਤਾਂ ਹੋਂਦ ਹੀ ਖਤਰੇ 'ਚ ਪੈ ਗਈ ਹੈ। ਹੁਣ ਇਸ ਚੀਜ਼ ਨੂੰ ਵੇਖਦਿਆਂ ਆ ਲਗਾਤਾਰ ਕਰਾਰੀਆਂ ਹਾਰਾਂ ਤੋਂ ਬਾਅਦ ਅਕਾਲੀ ਦਲ ਦੇ ਕਈ ਟਕਸਾਲੀ ਆਗੂ ਨੇ, ਉਹਨਾਂ ਨੂੰ ਇਹ ਲੱਗਦਾ, ਇਹ ਮਹਿਸੂਸ ਹੋਣ ਲੱਗ ਪਿਆ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਭਾਵ ਬਾਦਲਾਂ ਦੀ ਲੀਡਰਸ਼ਿਪ ਦੇ ਨਾਲ ਪਾਰਟੀ ਮੁੜ ਕੇ ਆਪਣੇ ਪੈਰਾਂ ਤੇ ਖੜੀ ਨਹੀਂ ਹੋ ਸਕਦੀ। ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੇ ਬਾਗੀ ਸੁਰਾਂ ਅਲਾਪੀਆਂ, ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਉਠਾਉਣੀ ਸ਼ੁਰੂ ਕੀਤੀ। ਪਰ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦੀ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਵਾਸਤੇ ਝੁੰਦਾ ਕਮੇਟੀ ਬਣਾ ਦਿੱਤੀ ਗਈ। ਝੁੰਦਾ ਕਮੇਟੀ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਮੌਜੂਦਾ ਲੀਡਰਸ਼ਿਪ ਦੇ ਵਿੱਚ ਬਦਲਾਅ ਦੀ ਮੰਗ ਤੇਜ਼ੀ ਨਾਲ ਅੱਗੇ ਵਧੀ। ਲੱਗਦਾ ਸੀ ਕਿ ਸ਼ਾਇਦ ਸੁਖਬੀਰ ਬਾਦਲ ਪ੍ਰਧਾਨਗੀ ਦਾ ਤਾਜ ਛੱਡ ਦੇਣਗੇ, ਲਾ ਦੇਣਗੇ। ਪਰ ਹੁਣ ਲੱਗਦਾ ਕਿ ਰਸਤਾ ਉਹਨਾਂ ਵਾਸਤੇ ਆਸਾਨ ਨਹੀਂ, ਭਾਵੇਂ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਨਹੀਂ। ਫਿਰ ਇੱਕ ਹੋਰ ਸੀਨੀਅਰ ਆਗੂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ। ਚੰਦੂਮਾਜਰਾ ਨੇ ਭਾਵੇਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਨੇ ਬਹਾਨੇ ਨਾਰਾਜ਼ਗੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ, ਪਰ ਹੁਣ ਵਿਧਾਨ ਸਭਾ ਚੋਣਾਂ ਤੋਂ ਬਾਅਦ ਪ੍ਰੋਫੈਸਰ ਚੰਦੂਮਾਜਰਾ ਆਪਣਾ ਵਿਰੋਧ ਲਗਾਤਾਰ ਦਰਜ ਕਰਵਾਉਂਦੇ ਰਹੇ। ਸੁਖਬੀਰ ਬੀਤੇ ਦਿਨਾਂ ਵਿੱਚ ਉਹਨਾਂ ਨੂੰ ਮਨਾਉਂਦੇ ਵੀ ਨਜ਼ਰ ਆਏ। ਪਰ ਇਹ ਗੱਲ ਇੱਥੇ ਮੱਠੀ ਪੈਂਦੀ ਜਾਂ ਰੁਕਦੀ ਨਜ਼ਰ ਨਹੀਂ ਆ ਰਹੀ। ਪਾਰਟੀ ਵਿਧਾਇਕ ਦਲ ਦੇ ਨੌਜਵਾਨ ਆਗੂ ਨੇ ਮਨਪ੍ਰੀਤ ਇਆਲੀ, ਬੀਤੇ ਦਿਨੀ ਉਹਨਾਂ ਨੇ ਖੁੱਲ੍ਹੇਆਮ ਪਾਰਟੀ ਦਾ ਵਿਰੋਧ ਕਰ ਦਿੱਤਾ ਸੀ। ਰਾਸ਼ਟਰਪਤੀ ਚੋਣ ਹੋਈ, ਅਕਾਲੀ ਦਲ ਦੇ ਪ੍ਰਧਾਨ ਨੇ ਆਖਿਆ ਸੀ ਕਿ ਅਸੀਂ ਭਾਜਪਾ ਦੀ ਉਮੀਦਵਾਰ ਨੂੰ ਵੋਟ ਪਾ ਦੇਣੀ ਹੈ, ਪਰ ਉਹਨਾਂ ਨੇ ਬਾਈਕਾਟ ਵੀ ਕੀਤਾ ਤੇ ਇਹ ਵੀ ਆਖਿਆ ਸੀ ਕਿ ਪਾਰਟੀ ਨੇ ਸਾਨੂੰ ਪੁੱਛਿਆ ਹੀ ਕੋਈ ਨਹੀਂ, ਇਹ ਨਹੀਂ ਹੋ ਸਕਦਾ। ਇਸੇ ਤਰ੍ਹਾਂ ਅਕਾਲੀ ਦਲ ਦੇ ਸੀਨੀਅਰ ਆਗੂ ਸਵਰਗੀ ਕੁਲਦੀਪ ਸਿੰਘ ਵਡਾਲਾ ਦੇ ਪੁੱਤਰ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਉਹ ਐਸਜੀਪੀਸੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਅਤੇ ਹੋਰ ਬਹੁਤ ਸਾਰੇ, ਇੱਥੋਂ ਤੱਕ ਕਿ ਚਰਨਜੀਤ ਸਿੰਘ ਅਟਵਾਲ ਵਰਗਿਆਂ ਨੇ ਵੀ ਮੀਟਿੰਗ ਕੀਤੀ ਹੈ। ਹੁਣ ਲੀਡਰਸ਼ਿਪ ਦੇ ਵਿੱਚ ਕੀ ਤਬਦੀਲੀ ਦੀ ਮੰਗ ਉੱਠ ਰਹੀ ਹੈ। ਹੁਣ ਤਾਂ ਖਬਰਾਂ ਇਹ ਨੇ ਕਿ ਜ਼ਿਲ੍ਹਾ ਪੱਧਰ ਉੱਤੇ ਵੀ ਆਗੂ ਤੇ ਵਰਕਰ ਇਸ ਸੰਬੰਧੀ ਹੁਣ ਮੀਟਿੰਗਾਂ ਕਰ ਰਹੇ ਹੈ। ਹੁਣ ਤਾਂ ਇਹ ਵੀ ਪਤਾ ਲੱਗਿਆ ਕਿ ਮਾਲਵਾ ਤੇ ਦੁਆਬਾ ਤੋਂ ਬਾਅਦ ਇਹ ਮੁਹਿੰਮ ਮਾਝੇ ਤੱਕ ਜਾ ਪੜੀ ਹੈ। ਜਾਣਕਾਰੀ ਦੇ ਅਨੁਸਾਰ ਮਨਪ੍ਰੀਤ ਇਆਲੀ, ਜਗਮੀਤ ਬਰਾੜ ਤੇ ਕੁਝ ਹੋਰ ਆਗੂਆਂ ਨੇ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਰਵੀ ਕਰਨ ਸਿੰਘ ਕਾਹਲੋਂ ਦੇ ਘਰ ਵਿਚਾਰ ਵਟਾਂਦਰਾ ਕੀਤਾ ਹੈ। ਪਾਰਟੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੇ ਨਾਮ ਤੇ ਲੜਾਈ ਲੜਨ ਦੀਆਂ ਉੱਥੇ ਗੱਲਾਂ ਕੀਤੀਆਂ ਗਈਆਂ ਨੇ ਤੇ ਸੁਖਬੀਰ ਬਾਦਲ ਵੀ ਕਈ ਆਗੂਆਂ ਦੇ ਵੱਲੋਂ ਖੁੱਲ੍ਹੇਆਮ ਜਿਹੜੀ ਵਿਰੋਧਤਾ ਹੋ ਰਹੀ ਹੈ ਕਿ ਇਹ ਵਿਰੋਧਤਾ ਨੂੰ ਡੱਕਿਆ ਜਾ ਸਕੇ। ਭਾਵੇਂ ਕਿ ਉਸ ਮੀਟਿੰਗ ਦੇ ਵਿੱਚੋਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਏ ਕਿ ਇੱਕ ਵਫਦ ਲੈ ਕੇ ਜਾਵਾਂਗੇ, ਉਹਨਾਂ ਨੂੰ ਦੱਸਾਂਗੇ
कि पार्टी की मजबूती वास्ते की कीता जावे। पर दूसरे पासे सुखबीर बादल होरां ने कि शरेआम तो हुण इन्हां डकिया नहीं जा सकता, रोकिया नहीं जा सकता, क्योंकि पार्टी च खलारा लगातार पै रहा है। उन्होंने हुण एक 5 मैंबरी अनुशासनी कमेटी जरूर बना दी है। कमेटी की अगवाई करनगे सीनियर अकाली आगू सिकंदर सिंह मलूका ते होर मैंबर जिहड़े पाए गए ने उन्हां च शरणजीत ढिल्लों, विरसा सिंह वलटोहा, मनतार बराड़ ते डॉक्टर सुखविंदर सुखी शामिल किए गए हैं। अकाली दल के प्रधान सुखबीर बादल ने सारे पार्टी आगुआं ते वर्करां नाल अपील भी की है कि पार्टी दीआं रवायतां ने, उन्हां रवायतां दे अनुसार प्लेटफार्म है जिहड़ा पार्टी का उहदे ते खुल के तुसीं लोकतंत्रक तरीके नाल गलबात रख सकदे हो। पार्टी पंथ ते पंजाब दे दुश्मन है जिहड़े ने उन्हां दे नाल आपां इकट्ठे होकर लड़ना है। पर यह उन्होंने जरूर आख्या कि पार्टी की मजबूती वास्ते पार्टी के अंदर कोई गल रखे उहदा तां स्वागत है, पर पार्टी प्लेटफार्म तो बाहर नहीं। वो कहते जिवें कि बीते समय दे विच पार्टी की रवायत चलती रही कि पार्टी प्लेटफार्म तो बाहर अजिहे विचारां दे प्रगटावे की अनुशासनहीनता किसी भी कीमत ते बर्दाश्त नहीं की जाती रही ते ना की जाऊगी। पार्टी के अंदरूनी मामले कहते हमेशा पार्टी प्लेटफार्म से विचारे जाने चाहिए है। उन्होंने यह भी आख्या कि पार्टी में अनुशासनहीनता की कोई थां नहीं है अते पार्टी के अंदरूनी मामलों ते होर किते विचार प्रगट करना, कोई गतिविधि करना, पंथ ते पंजाब के दुश्मनों को अफवाहां, कूड़ प्रचार ते गलत सूचनावां देण दा मौका प्रदान करना है ते नाल पार्टी नूं, संगठन नूं कमजोर करना होएगा। हो इस करके ये अनुशासनहीनता गिनी जाएगी, पर पार्टी के अंदर तुसीं गल रख सकोगे। पर की सचमुच पार्टी के अंदर रखी गल प्रधान जी वालों कदे सुनी गई? ये आने वाले समय पता लग जाएगा कि की सचमुच सुखबीर बादल अपनी प्रधानगी के हेठ मुड़ पार्टी नूं सुरजीत कर सकते हैं या नहीं। अगली चर्चा उन्होंने एक चिट्ठी की भी हो रही है। उन्होंने चिट्ठी लिखी है भारत के प्रधानमंत्री नरेंद्र दामोदर दास मोदी होरां नूं। उन्होंने प्रधानमंत्री के कोलों बिजली सोध बिल 2022 वापस लैण लई अपील की है ताकि सूबियां, किसानां ते किसान यूनियनां समेत सारियां जिहड़ियां संबंधित धिरां ने जिन्हां दे हित इहदे नाल प्रभावित हुंदे ने उन्हां नाल राय मशवरा किया जा सके। प्रधानमंत्री नूं लिखे पत्र दे विच सुखबीर बादल ने लिखिआ है कि सरकार ये सोध जिहड़ा बिल पेश किया है इस संसदी कमेटी नूं भेजे, वो भेज भी दिता गया है तां जो सारे इतराज़ां ते चर्चा करके इस बारे फैसला लिया जा सके ते उहदा हल किया जा सके। सुखबीर ने लिखे पत्र दे विच यह ध्यान दवाया है कि जदों केंद्र सरकार ने 9 दसंबर ते 2021 नूं 3 खेती कानून रद्द करने का ऐलान किया, इसका विश्वास दवाया गया सी कि वह सूबियां, सियासी पार्टियां, किसानां ते किसान यूनियनां समेत उन्हां सारे हित धारकां दे नाल पहलां सलाह मशवरा करके फिर बिजली सोध बिल 2022 नूं लागू करने लई अगे वधूगी। पर कहंदे इंज कीता नहीं गया। हालांकि सोध बिल संसद दे विच बिना हित धारकां दे चर्चा च लिआंदा गया है। उन्हां प्रधानमंत्री नूं यह भी याद करवाया, उन्हां दे ध्यान विच लिआंदा है कि तिन्ने खेती कानूनां दे मामले दे विच व्यापक रोस विखावे होए सी जो खेती कानून रद्द करन दे नाल ही समाप्त होए। उन्हां कहा कि पहलां एक खदशे प्रगटाए जा रहे सी कि खेती कानूनां दे मौजूदा रूपां दे मुताबक इन्हां विच सोध की जाएगी जिस दी बदौलत रोस विखावे ते बेचैनी होर वधेगी। उन्हां कहा कि किसानां ते समाज नूं इह पक्का विश्वास है कि बिजली सोध बिल उन्हां दे हितां दे खिलाफ ने। पंजाब दे मामले विच महसूस किया जा रहा है कि किसानां नूं खेती लई मुफ्त बिजली की सहूलत के नाल नाल गरीब वर्गां नूं जिहड़ी सबसिडी दी जा रही है वह भी प्रभावित होएगी। उन्होंने चिट्ठी दे विच इन्हां गल्लां दा जिक्र किया है। पर दूसरे पासे विरोधी पुछदे आ कि जदों यह बिल ड्राफ्ट किया गया सी, प्रधान जी तुहाडी घरवाली उस वक्त इसी सरकार का हिस्सा सी। पर दूसरे पासे किसान आगूआं ने अते पंजाब के मुख्य मंत्री ने भी चेतावनी दी है कि जिहड़ा तुसीं सोमवार वाले दिन बिजली सोध बिल 2022 पेश कर दिता है, इहदे विच बिजली वंड खेतर दे विच बदलाव करन अते रैगूलेटरी अथॉरिटी प्रणाली नूं मजबूत बनाउण दा प्रस्ताव पेश किया गया है। किया तां इह जा रहा है हेठले सदन दे विच भाव लोक सभा दे विच ऊर्जा मंत्री RK सिंह जी ने बिजली सोध बिल पेश किया जिसका कांग्रेस ने, DMK ने, TMC ने ते होर बहुत सारियां पार्टियां ने उन्होंने विरोध किया है। इहदे नाल नाल किसान जथेबंदियां विरोध कर रही ने ते इहनूं संघी ढांचे के खिलाफ दस रही ने।
ਇਸੇ ਤਰ੍ਹਾਂ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਨੇ ਸਰਕਾਰ ਦੀ ਨੀਅਤ ਅਤੇ ਨੀਤੀ ਤੇ ਸਵਾਲ ਚੁੱਕੇ ਨੇ। ਉਹਨਾਂ ਇਸ ਸੰਬੰਧੀ ਟਵੀਟ ਕੀਤਾ ਤੇ ਲਿਖਿਆ ਹੈ ਕਿ ਬਿਜਲੀ ਬਿੱਲ ਪਾਸ ਕਰਦੇ ਸਮੇਂ ਕੇਂਦਰ ਨੇ ਕਿਸ ਤੋਂ ਸੁਝਾਅ ਨਹੀਂ ਮੰਗੇ। ਕਿਸਾਨ ਅੰਦੋਲਨ ਦੌਰਾਨ ਕੇਂਦਰ ਨੇ ਦਾਅਵਾ ਕੀਤਾ ਸੀ ਕਿ ਇਹ ਬਿੱਲ ਵੱਖ-ਵੱਖ ਹਿੱਸੇਦਾਰਾਂ ਰਾਜਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਪੇਸ਼ ਕੀਤਾ ਜਾਏਗਾ। ਹੁਣ ਇਸ ਬਿੱਲ ਨੂੰ ਬਗੈਰ ਕਿਸੇ ਨਾਲ ਚਰਚਾ ਕੀਤੇ ਪੇਸ਼ ਕਰ ਦਿੱਤਾ। ਇਹ ਸਾਡੇ ਸੰਵਿਧਾਨਕ ਅਧਿਕਾਰਾਂ ਤੇ ਹਮਲਾ ਹੈ। ਅਸੀਂ ਦੇਸ਼ ਦੇ 27 ਲੱਖ ਬਿਜਲੀ ਕਰਮਚਾਰੀਆਂ ਤੇ ਇੰਜੀਨੀਅਰਾਂ ਦਾ ਸਮਰਥਨ ਕਰਦੇ ਹਾਂ ਜੋ ਦਿਨ ਭਰ ਪ੍ਰਦਰਸ਼ਨ ਕਰ ਰਹੇ ਸਨ। ਇਹ ਬਿੱਲ ਪ੍ਰਾਈਵੇਟ ਕੰਪਨੀ ਲਈ ਮੁਨਾਫਾ ਕਮਾਉਣ ਦਾ ਪ੍ਰਬੰਧ ਕਰਦਾ ਹੈ। ਨਤੀਜੇ ਵਜੋਂ ਸਰਕਾਰੀ ਕੰਪਨੀਆਂ ਵਿੱਤੀ ਤੌਰ ਤੇ ਦਿਵਾਲੀਆ ਹੋ ਜਾਣਗੀਆਂ। ਤੇ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਹੈ ਕਿ ਇਸ ਕਦਮ ਦੇ ਨਾਲ ਕੇਂਦਰ ਨੇ ਸੂਬਿਆਂ ਦੇ ਹੱਕਾਂ ਤੇ ਇੱਕ ਹੋਰ ਡਾਕਾ ਮਾਰਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸਲ ਦੇ ਵਿੱਚ ਕੇਂਦਰ ਅਜਿਹੀਆਂ ਚਾਲਾਂ ਨਾਲ ਸੰਘੀ ਢਾਂਚੇ ਦੀਆਂ ਨੀਹਾਂ ਨੂੰ ਖੋਖਲਾ ਕਰਨਾ ਚਾਹੁੰਦਾ ਹੈ ਅਤੇ ਆਏ ਦਿਨ ਸੂਬਿਆਂ ਦੇ ਅਧਿਕਾਰਾਂ ਉੱਤੇ ਡਾਕਾ ਮਾਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਕਠਪੁਤਲੀ ਨਾ ਸਮਝੇ। ਇਹਨਾਂ ਵਧੀਕੀਆਂ ਦੇ ਖਿਲਾਫ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਆਪਣੇ ਅਧਿਕਾਰਾਂ ਦੀ ਰਾਖੀ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਈ ਲੜਾਂਗੇ। ਉਹਨਾਂ ਨੇ ਕਿਹਾ ਕਿ ਬਿਜਲੀ ਸੈਕਟਰ ਦੇ ਨਾਲ ਸੰਬੰਧਿਤ ਕੋਈ ਵੀ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ, ਪਰ ਉਹਨਾਂ ਨੇ ਇਸ ਗੱਲ ਦੀ ਪੂਰਾ ਪਰਵਾਹ ਨਹੀਂ ਕੀਤੀ। ਸਿੱਧੇ ਤੌਰ ਉੱਤੇ ਸੰਘੀ ਢਾਂਚੇ ਤੇ ਹਮਲਾ ਕੀਤਾ ਹੈ। ਉਹਨਾਂ ਨੇ ਸਵਾਲ ਕੀਤਾ ਹੈ ਕਿ ਜਦੋਂ ਸੂਬੇ ਆਪਣੇ ਨਾਗਰਿਕਾਂ ਲਈ ਬਿਜਲੀ ਦੀ ਵਿਵਸਥਾ ਆਪਣੇ ਪੱਧਰ ਤੇ ਕਰਦੇ ਹੈ ਤਾਂ ਫਿਰ ਉਹਨਾਂ ਦਾ ਪੱਖ ਕਿਉਂ ਨਹੀਂ ਸੁਣਿਆ ਜਾ ਰਿਹਾ। ਪੰਜਾਬ ਦੀ ਮਿਸਾਲ ਦਿੰਦੇ ਹੋਏ ਉਹਨਾਂ ਨੇ ਕਿਹਾ, ਉਹਨਾਂ ਨੇ ਖਦਸ਼ਾ ਵੀ ਪ੍ਰਗਟਾਇਆ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਖੇਤੀ ਟਿਊਬਵੈਲਾਂ ਲਈ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਘਰੇਲੂ ਖਪਤਕਾਰਾਂ ਨੂੰ ਵੀ ਬਿਜਲੀ ਮੁਫਤ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਤੇ ਜੇਕਰ ਕੇਂਦਰ ਸਰਕਾਰ ਆਪਣੀ ਮਨਮਰਜ਼ੀ ਦਾ ਬਿੱਲ ਮੁਲਕ ਵਿੱਚ ਲਾਗੂ ਕਰਦੀ ਹੈ ਤਾਂ ਕਿਸਾਨਾਂ ਦੇ ਨਾਲ ਹੋਰ ਵਰਗਾਂ ਨੂੰ ਬਹੁਤ ਵੱਡਾ ਨੁਕਸਾਨ ਸਹਿਣਾ ਪੈ ਸਕਦਾ ਹੈ। ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਸਮਵਰਤੀ ਸੂਚੀ ਦਾ ਹਿੱਸਾ ਹੈ। ਸਮਵਰਤੀ ਸੂਚੀ ਹੈ ਤਾਂ ਫਿਰ ਸੂਬਿਆਂ ਦੇ ਨਾਲ ਸਲਾਹ ਕੀਤੇ ਬਗੈਰ ਇਹ ਬਿੱਲ ਕਿਵੇਂ ਪੇਸ਼ ਹੋ ਗਿਆ? ਕਿਉਂਕਿ ਅਸਲ ਦੇ ਵਿੱਚ ਸਮਵਰਤੀ ਸੂਚੀ ਸਾਂਝੀ ਸੂਚੀ ਹੈ। ਉਹਦੇ ਲਈ ਤਾਂ ਫਿਰ ਇਹ ਸੂਬਿਆਂ ਨੂੰ ਵੀ ਪੁੱਛਿਆ ਜਾਣਾ ਲਾਜ਼ਮੀ ਹੈ। ਇਸ ਕਰਕੇ ਇਹਦੇ ਉੱਤੇ ਇਤਰਾਜ਼ ਹੋਣੇ ਲਾਜ਼ਮੀ ਸੀ। ਪਰ ਜਿਸ ਤਰੀਕੇ ਨਾਲ ਪੰਜਾਬ ਦੇ ਕਿਸਾਨ ਆਗੂ ਬੋਲੇ ਨੇ, ਪੰਜਾਬ ਦੀਆਂ ਵਿਰੋਧੀ ਧਿਰਾਂ ਦੇ ਆਗੂ ਬੋਲੇ ਨੇ, ਅਮਰਿੰਦਰ ਰਾਜਾ ਵੜਿੰਗ ਨੇ ਬਹੁਤ ਤਿੱਖਾ ਪ੍ਰਤੀਕਰਮ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਤਿੱਖਾ ਪ੍ਰਤੀਕਰਮ ਕੀਤਾ ਹੈ। ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਹੋਰਾਂ ਨੇ ਤਿੱਖਾ ਪ੍ਰਤੀਕਰਮ ਕੀਤਾ ਹੈ। ਪਰ ਜੇ ਸਮਵਰਤੀ ਸੂਚੀ ਦਾ ਇਹ ਹਿੱਸਾ ਹੈ ਤਾਂ ਫਿਰ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਸੁੱਤੇ ਪਏ ਹੈ ਕਿ ਉਹ ਚਾਹੁੰਦੇ ਹੈ ਕਿ ਉਹਨਾਂ ਦੇ ਹੱਕਾਂ ਤੇ ਡਾਕਾ ਵੱਜ ਜਾਏ। ਭਾਵੇਂ ਉਹ ਭਾਜਪਾ ਦੇ ਨੇ, ਭਾਵੇਂ ਭਾਜਪਾ ਨੂੰ ਸਮਰਥਨ ਦੇਣ ਵਾਲੀਆਂ ਪਾਰਟੀਆਂ ਦੀਆਂ ਸਰਕਾਰਾਂ ਚਲਾਉਣ ਵਾਲੇ ਨੇ। ਸੋ ਕਿਤੇ ਨਾ ਕਿਤੇ ਲੱਗਦਾ ਹੈ ਕਿ ਲੋਕਾਂ ਲਈ ਨਹੀਂ, ਇਹ ਤਾਂ ਕਿਸੇ ਖਾਸ ਬੰਦੇ ਜਾਂ ਖਾਸ ਕੰਪਨੀ ਲਈ ਕੰਮ ਕਰਦੇ ਆ। ਪਰ ਲੋਕਾਂ ਨੇ ਪਹਿਲਾਂ ਦੱਸ ਦਿੱਤਾ ਸੀ, ਆਮ ਜਨਤਾ ਨੇ ਦੱਸ ਦਿੱਤਾ ਸੀ ਕਿ ਜੇਕਰ ਉਹ ਇਕੱਠੇ ਹੋ ਜਾਣ ਤਾਂ ਕੁਝ ਵੀ ਸੰਭਵ ਹੈ। ਵੇਖਦੇ ਹਾਂ ਮਸਲੇ ਨੇ ਤੂਲ ਫੜ ਲਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਕਿੰਨਾ ਕੁ ਉਛਲਦਾ ਹੈ ਜਾਂ ਇਹਨੂੰ ਕੇਂਦਰ ਸਰਕਾਰ ਸਮਝੀ ਨਾਲ ਨਜਿੱਠ ਲੈਂਦੀ ਹੈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।